ਬਲਜੀਤ ਸਿੰਘ ਨੇ ਇਹ ਕਾਫੀ ਲੰਬਾ ਲਿਖਿਆ ਹੈ, ਪਰ ਮੂਲ ਰੂਪ ਦੇ ਵਿੱਚ ਆ ਜੋ ਥੱਲੇ ਲਿਖਿਆ ਹੈ ਇਹ ਹੀ ਸਵਾਲ ਹੈ। ਕਾਫੀ ਸਾਲ ਤੋਂ ਨਿਰਵਿਚਾਰ ਹੋਣ ਦੀ ਕੋਸ਼ਿਸ਼ ਕਰਦੇ ਜੀ, ਜਿੰਨਾ ਹੋ ਸਕੇ, ਪਰ ਨਿਰਵਿਚਾਰ ਹੋ ਨਹੀਂ ਪਾ ਰਹੇ। ਸੰਖੇਪ 'ਚ ਸਮਝਾਓ ਕੀ ਕਰਨਾ ਚਾਹੀਦਾ। ਬਹੁਤ ਬਹੁਤ ਧੰਨਵਾਦ ਆਪ ਜੀ ਦੇ ਚਰਨਾਂ 'ਤੇ। ਨਮਸਕਾਰ। ਨਿਰਵਿਚਾਰ ਹੋਣ ਦੀ ਕੋਸ਼ਿਸ਼ ਜਿਵੇਂ ਤੁਸੀਂ ਕਰ ਰਹੇ ਹੋ, ਇਵੇਂ ਹੀ ਜ਼ਿਆਦਾਤਰ ਧਾਰਮਿਕ ਲੋਕ ਕੋਸ਼ਿਸ਼ ਕਰਦੇ ਹਨ, ਪਰ ਨਿਰਵਿਚਾਰ ਹੋਣ ਦੀ ਕੋਸ਼ਿਸ਼ ਦੁਆਰਾ ਜ਼ਿਆਦਾ ਵਿਚਾਰ ਆਉਂਦੇ ਹਨ। ਇਹ ਅਕਸਰ ਹੀ ਮੈਨੂੰ ਵੀ ਸਾਧਕ ਆਣ ਕੇ ਦੱਸਦੇ ਹਨ ਵੀ ਜਿਹੜੇ ਵਿਚਾਰ ਤੋਂ ਮਨ ਨੂੰ ਹਟਾਈਏ ਜ਼ਿਆਦਾ, ਉਹੋ ਹੀ ਵਿਚਾਰ ਜ਼ਿਆਦਾ ਆਉਂਦਾ। ਜਿੱਧਰੋਂ ਮਨ ਨੂੰ ਹਟਾਈਏ ਉੱਧਰ ਮਨ ਜ਼ਿਆਦਾ ਜਾਂਦਾ ਹੈ, ਅਤੇ ਜਿੰਨੀ ਕੋਈ ਜ਼ਿਆਦਾ ਕੋਸ਼ਿਸ਼ ਕਰਦਾ ਹੈ ਮਨ ਨੂੰ ਰੋਕਣ ਦੀ ਵੀ ਰੁਕ ਜਾਵੇ, ਓਨਾ ਹੀ ਜ਼ਿਆਦਾ ਚੱਲਦਾ ਹੈ ਮਨ। ਫਿਰ ਕੋਸ਼ਿਸ਼ ਦੁਆਰਾ ਤੇ ਕੋਈ ਚੀਜ਼ ਚੱਲਦੀ ਹੈ। ਜਿਵੇਂ ਕੋਈ ਚੀਜ਼ ਚਲਾਉਣੀ ਹੁੰਦੀ ਅਤੇ ਚਲਾਉਣ ਵਾਸਤੇ ਕੋਸ਼ਿਸ਼ ਕਰਨ ਦੀ ਲੋੜ ਹੁੰਦੀ। ਹੁਣ ਰੋਕਣ ਵਾਸਤੇ ਕਿਹੜੀ ਕੋਸ਼ਿਸ਼ ਕਰਨ ਦੀ ਲੋੜ? ਕੋਈ ਮੋਟਰ ਗੱਡੀ ਚਲਾਉਣੀ ਹੈ ਅਤੇ ਚਲਾਉਣ ਵਾਸਤੇ ਉਹਦੇ 'ਚ ਇੰਜਣ ਭਰਨਾ ਪੈਂਦਾ, ਉਹਨੂੰ ਕੋਸ਼ਿਸ਼ ਕਰਕੇ ਚਲਾਉਣਾ ਪੈਂਦਾ ਅੱਗੇ। ਪਰ ਰੋਕਣਾ ਹੋਵੇ ਫਿਰ ਤਾਂ ਕੋਸ਼ਿਸ਼ ਛੱਡਣੀ ਪੈਂਦੀ ਹੈ ਨਾ। ਪਰ ਜਿਨ੍ਹਾਂ ਕਾਰਨਾਂ ਕਰਕੇ ਇਹ ਵਿਚਾਰ ਚੱਲ ਰਹੇ ਹਨ, ਉਹ ਕਾਰਨ ਛੱਡਣ ਨੂੰ ਕੋਈ ਤਿਆਰ ਨਹੀਂ ਹੈ। ਨਿਰਵਿਚਾਰ ਹੋਣ ਦੀ ਕੋਸ਼ਿਸ਼ ਸਾਰੇ ਹੀ ਕਰ ਰਹੇ ਹਨ। ਜ਼ਿਆਦਾਤਰ ਧਾਰਮਿਕ ਲੋਕ ਅਕਸਰ ਮੈਂ ਦੇਖਿਆ ਬਹੁਤ ਕੋਸ਼ਿਸ਼ ਕਰਦੇ ਹਨ। ਕਈ ਧਿਆਨ ਕਰਦੇ, ਜਪ ਤਪ ਕਰਦੇ, ਸਿਮਰਨ ਕਰਦੇ। ਉਹਨਾਂ ਨੂੰ ਪੁੱਛੋ ਕਿਉਂ ਕਰ ਰਹੇ ਹੋ? ਕਹਿੰਦੇ ਹਨ ਨਿਰਵਿਚਾਰ ਹੋਣ ਦੀ ਕੋਸ਼ਿਸ਼। ਕੋਈ ਵਿਪਸਨਾ ਕਰਦਾ, ਕੋਈ ਕਿਤੇ ਧਿਆਨ ਲਾਉਂਦਾ, ਕੋਈ ਕਿਤੇ ਧਿਆਨ ਲਾਉਂਦਾ, ਅਤੇ ਲਹਿਦਾ ਕੋਸ਼ਿਸ਼ਾਂ ਜਾਰੀ ਹਨ। ਕੋਈ ਸ਼ਬਦ 'ਤੇ ਧਿਆਨ ਲਾ ਰਿਹਾ, ਕੋਈ ਧੁਨ ਦੁਆਰਾ ਕੋਸ਼ਿਸ਼ ਕਰ ਰਿਹਾ ਹੈ ਨਿਰਵਿਚਾਰ ਹੋਣ ਦੀ। ਇਕਾਗਰ ਹੋਣਾ, ਨਿਰਵਿਚਾਰ ਹੋਣਾ ਕੋਈ ਗੱਲ। ਅਤੇ ਨਿਰਵਿਚਾਰ ਹੋਣ ਦੀ ਕੋਸ਼ਿਸ਼ ਦੁਆਰਾ ਨਿਰਵਿਚਾਰ ਨਹੀਂ ਹੋ ਪਾ ਰਹੇ ਹਨ। ਉਹਦਾ ਕਾਰਨ ਇਹੋ ਹੀ ਹੈ ਵੀ ਜਿਹਦੇ ਕਰਕੇ ਵਿਚਾਰ ਚੱਲ ਰਹੇ ਹਨ, ਜਿਹੜੇ ਕਾਰਨ ਕਰਕੇ ਵਿਚਾਰ ਚੱਲ ਰਹੇ ਹਨ, ਉਹ ਕਾਰਨ ਛੱਡਣ ਨੂੰ ਕੋਈ ਤਿਆਰ ਨਹੀਂ। ਜਿੰਨਾ ਚਿਰ ਉਹ ਕਾਰਨ ਛੱਡਣ ਨੂੰ ਕੋਈ ਤਿਆਰ ਨਹੀਂ ਹੈ, ਜਿੰਨਾ ਕਾਰਨਾਂ ਕਰਕੇ ਚੱਲ ਰਹੇ ਹਨ, ਫਿਰ ਉਹ ਕਾਰਨ ਛੱਡਣੇ ਔਖੇ ਹਨ। ਕੋਈ ਵੀ ਧਾਰਮਿਕ ਵਿਅਕਤੀ ਉਹ ਕਾਰਨ ਛੱਡਣ ਨੂੰ ਨਹੀਂ ਕਹਿੰਦਾ ਹੈ। ਕਹਿੰਦਾ ਨਿਰਵਿਚਾਰ ਹੋਣ ਦੀ ਕੋਸ਼ਿਸ਼ ਕਰੋ, ਧਿਆਨ ਨੂੰ ਟਿਕਾਓ, ਇਕਾਗਰ ਕਰੋ, ਥਿਰ ਕਰੋ। ਹੁਣ ਥਿਰ ਕਿਵੇਂ ਹੋਊਗਾ? ਵੀ ਜਿਨ੍ਹਾਂ ਕਾਰਨਾਂ ਕਰਕੇ ਮਨ ਚੱਲ ਰਿਹਾ ਹੈ, ਉਹ ਕਾਰਨ ਪਹਿਲਾਂ ਛੱਡਣੇ ਹਨ। ਫਿਰ ਦੂਸਰੀ ਗੱਲ ਇਹ ਹੈ ਕਿ ਜਿਹੜੇ ਸਮਾਜ ਦੇ ਵਿੱਚ ਤੁਸੀਂ ਰਹਿ ਰਹੇ ਹੋ, ਉੱਥੇ ਜਿੰਨੇ ਵੀ ਚਾਰ ਛਪੇਰੇ ਤੁਹਾਡੇ ਹਨ, ਉਹ ਸਾਰੇ ਹੀ ਵਿਚਾਰਾਂ ਨੂੰ ਵਧਾਉਣ ਵਾਲੇ ਹਨ। ਭਾਵ ਕਿ ਗੱਡੀ ਦੇ ਵਿੱਚ ਇੰਧਨ ਪਾਉਣ ਵਾਲੇ ਹਨ। ਜਿਵੇਂ ਅੱਗ 'ਤੇ ਕੋਈ ਇੰਧਨ ਪਾ ਦੇਵੇ ਨਾ, ਅੱਗ ਹੋਰ ਮੱਚਦੀ।
ਹੁਣ ਤੁਸੀਂ ਬੁਝਾਉਣ ਦੀ ਕੋਸ਼ਿਸ਼ ਕਰੋ, ਚਾਰ ਛਪੇਰੇ ਜਿਹੜੇ ਹਨ ਉਹ ਮਚਾਉਣ ਵਾਲੇ ਹਨ। ਹੁਣ ਬਾਹਰ ਜਿਹੜੀਆਂ ਗੱਡੀਆਂ ਮੋਟਰਾਂ ਚੱਲਦੀਆਂ ਹਨ ਉਹਨਾਂ ਦੇ ਪੰਪ ਘੱਟ ਹਨ, ਪਰ ਮਨ ਰੂਪੀ ਮੋਟਰ ਗੱਡੀ ਦੇ ਵਿੱਚ ਤੇਲ ਪਾਉਣ ਵਾਲੇ ਪੰਪ ਤਾਂ ਬਹੁਤ ਜ਼ਿਆਦਾ ਹਨ। ਘਰ ਘਰ ਹੀ ਪੰਪ ਲੱਗੇ ਹੋਏ ਹਨ ਅਤੇ ਹਰ ਇੱਕ ਹੀ ਤੇਲ ਪਾ ਰਿਹਾ ਹੈ ਮਨ ਰੂਪੀ ਗੱਡੀ ਚਲਾਉਣ ਵਾਸਤੇ, ਚਲਾ ਰਿਹਾ ਹੈ। ਉਹ ਕਹਿੰਦਾ ਬੈਠੇ ਬੈਠੇ ਕੀ ਕਰਦੇ, ਕੁਛ ਕਮਾਓ, ਕੁਛ ਹਾਸਿਲ ਕਰੋ, ਅਤੇ ਹਰ ਇੱਕ ਹੀ ਤੇਲ ਪਾ ਰਿਹਾ ਹੈ, ਪੰਪ ਦੇ ਰਿਹਾ ਹੈ। ਕਹਿ ਲਓ ਜਿਵੇਂ ਆਮ ਸਧਾਰਨ ਭਾਸ਼ਾ 'ਚ ਕਹਿੰਦੇ ਨਾ ਫਲਾਣਾ ਪੰਪ ਦਿੰਦਾ, ਤੇਲ ਪਾਉਂਦਾ, ਅਤੇ ਹਰ ਇੱਕ ਹੀ ਤੇਲ ਪਾ ਰਿਹਾ ਹੈ ਅਤੇ ਵਿਚਾਰਾਂ ਨੂੰ ਵਧਾ ਰਿਹਾ ਹੈ। ਅਤੇ ਚਾਰ ਛਪੇਰੇ ਜਿੰਨੇ ਵੀ ਹਨ ਤੁਹਾਡੇ, ਉਹ ਸਾਰੇ ਹੀ ਸੰਸਾਰਿਕ ਲੋਕ ਹਨ। ਇਸੇ ਕਾਰਨ ਹੀ ਕਿਹਾ ਹੈ ਨਾ, ਮਨਮੁੱਖਾਂ ਨਾਲੋਂ ਟੁੱਟੀ ਭਲੀ। ਭਗਤ ਜੀ ਤੇ ਇੱਥੋਂ ਤੱਕ ਕਹਿ ਦਿੰਦੇ ਹਨ, ਜੋ ਨਾ ਭਜਨਤੇ ਨਾਰਾਇਣ ਤਿਨਕਾ ਮੈਂ ਨਾ ਕਰੂੰ ਦਰਸ਼ਨ। ਕਹਿੰਦਾ ਮੈਂ ਦਰਸ਼ਨ ਨਹੀਂ ਕਰਦਾ ਜਿਹੜੇ ਨਾਰਾਇਣ ਨੂੰ ਨਹੀਂ ਜਪਦੇ। ਭਾਵ ਇਹ ਕਿ ਜਿਹੜੇ ਨਾਰਾਇਣ ਵੱਲ ਨਹੀਂ ਜਾ ਰਹੇ ਹਨ, ਜਪ ਰਹੇ ਹਨ, ਸੰਸਾਰ ਦਾ ਜਪ ਕਰ ਰਹੇ ਹਨ, ਸੰਸਾਰ ਦਾ ਚਿੰਤਨ ਕਰ ਰਹੇ ਹਨ, ਉਹ ਸੰਸਾਰ ਵੱਲ ਨੂੰ ਲੈ ਕੇ ਜਾਣਗੇ, ਉਹਦੇ ਵਿਚਾਰ ਵਧਾਉਣਗੇ। ਸੰਸਾਰ ਵੱਲ ਨੂੰ ਜਾਣ ਵਾਲਾ ਵਿਚਾਰ ਵਧਾਉਂਦਾ ਹੈ ਨਾ, ਵਿਚਾਰ ਹੀ ਸੰਸਾਰ ਦੇ ਹੁੰਦੇ ਹਨ। ਪਰਮਾਤਮਾ ਦਾ ਕੋਈ ਵਿਚਾਰ ਥੋੜ੍ਹੀ ਹੁੰਦਾ। ਅਤੇ ਜਿਹੜੇ ਮਨਮੁਖ ਹਨ ਚਾਰ ਛਪੇਰੇ, ਹੈ ਤੇ ਮਨਮੁਖ ਹੀ ਸਾਰੇ, ਮਨ ਦੇ ਪਿੱਛੇ ਲੱਗੇ ਹੋਏ ਹਨ, ਸਾਰੇ ਵਾਸ਼ਨਾਵਾਂ ਦੇ, ਤ੍ਰਿਸ਼ਨਾਵਾਂ ਦੇ, ਕਾਮਨਾਵਾਂ ਦੇ ਭਰੇ ਹੋਏ ਹਨ ਸਾਡੇ ਚਾਰ ਛਪੇਰੇ। ਉਹ ਸਾਰੇ ਹੀ ਤੁਹਾਡੇ ਮਨ ਨੂੰ ਹਵਾ ਦੇ ਰਹੇ ਹਨ, ਪੰਪ ਦੇ ਰਹੇ ਹਨ, ਈਂਧਨ ਭਰ ਰਹੇ ਹਨ, ਅਤੇ ਤੁਹਾਡਾ ਮਨ ਹੋਰ ਤੇਜ਼ ਚੱਲ ਰਿਹਾ ਹੈ। ਅਤੇ ਇੱਕ ਪਾਸੇ ਚਾਰ ਛਪੇਰੇ ਚਲਾਉਣ ਵਾਲੇ ਹਨ, ਦੂਸਰੇ ਪਾਸੇ ਤੁਸੀਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ, ਨਿਰਵਿਚਾਰ ਹੋਣ ਦੀ ਕੋਸ਼ਿਸ਼। ਇਵੇਂ ਹੀ ਜ਼ਿਆਦਾਤਰ ਧਾਰਮਿਕ ਲੋਕ ਕਰਦੇ ਵੀ ਹਨ ਵੀ ਜਿਨ੍ਹਾਂ ਕਾਰਨਾਂ ਕਰਕੇ ਮਨ ਚੱਲ ਰਿਹਾ ਉਹ ਕਾਰਨ ਨਹੀਂ ਛੱਡਦੇ ਹਨ, ਨਿਰਵਿਚਾਰ ਹੋਣ ਦੀ ਕੋਸ਼ਿਸ਼ ਕਰਦੇ ਹਨ। ਉਹ ਫਿਰ ਜ਼ਿਆਦਾ ਔਖਾ ਹੋ ਜਾਂਦੇ, ਜ਼ਿਆਦਾ ਪਰੇਸ਼ਾਨ ਹੁੰਦੇ। ਇੱਕ ਪਾਸੇ ਤੇ ਗੱਡੀ ਦੀ ਜਿਹੜਾ ਐਕਸੀਲੇਟਰ ਹੈ ਉਹਨੂੰ ਦਬਾਉਂਦੇ ਹਨ, ਗੱਡੀ ਹੋਰ ਤੇਜ਼ ਚੱਲੇ, ਸੰਸਾਰ ਦੇ ਵਿੱਚ ਕੁਛ ਉਪਲਬਧ ਕਰੀ, ਕੁਛ ਹਾਸਿਲ ਕਰੀ, ਅਤੇ ਦੂਸਰੇ ਪਾਸੇ ਨਿਰਵਿਚਾਰ ਹੋਣਾ, ਅਤੇ ਕਿਵੇਂ ਹੋਵੇਗਾ? ਦੌੜਨਾ ਅਤੇ ਰੁਕਣਾ ਇਕੱਠਾ ਥੋੜ੍ਹੀ ਹੋ ਜਾਣਾ। ਫਿਰ ਦੌੜਨ ਵਾਸਤੇ ਕੋਸ਼ਿਸ਼ ਕਰਨ ਦੀ ਲੋੜ ਪੈਂਦੀ ਹੈ, ਰੁਕਣ ਵਾਸਤੇ ਥੋੜ੍ਹੀ। ਹੁਣ ਰੁਕਣ ਵਾਸਤੇ ਕੀ ਕੋਸ਼ਿਸ਼ ਕਰਨੀ? ਪਰ ਧਾਰਮਿਕ ਲੋਕ ਕਰ ਰਹੇ ਹਨ ਕੋਸ਼ਿਸ਼, ਅਤੇ ਕੋਸ਼ਿਸ਼ ਉਹ ਰੁਕਣ ਵਾਸਤੇ ਨਹੀਂ ਕਰ ਰਹੇ ਹਨ, ਉਹ ਦਰਅਸਲ ਕੋਸ਼ਿਸ਼ ਕਰ ਰਹੇ ਹਨ ਵੀ ਸੰਸਾਰ ਦੇ ਵਿੱਚ ਵੀ ਉਪਲਬਧੀ ਹੋ ਜਾਵੇ, ਅਤੇ ਅਸੀਂ ਧਾਰਮਿਕ ਸਿਖਰ 'ਤੇ ਵੀ ਪਹੁੰਚ ਜਾਈਏ। ਇਹ ਦੋਵੇਂ ਕੰਮ ਇਕੱਠੇ ਨਹੀਂ ਹੋ ਸਕਦੇ। ਦੌੜਦੇ ਵੀ ਰਹੀਏ ਅਤੇ ਰੁਕ ਵੀ ਜਾਈਏ, ਦੋਵੇਂ ਕੰਮ ਇਕੱਠੇ ਥੋੜ੍ਹੀ ਹੋਣਗੇ। ਅਤੇ ਦੌੜਨ ਵਾਸਤੇ ਕੋਸ਼ਿਸ਼ ਕਰਨ ਦੀ ਲੋੜ ਪੈਂਦੀ ਹੈ। ਨਿਰਵਿਚਾਰ ਹੋਣ ਵਾਸਤੇ ਕੋਈ ਕੋਸ਼ਿਸ਼ ਕਰਨ ਦੀ ਨਹੀਂ ਲੋੜ ਪੈਂਦੀ ਹੈ, ਕੋਸ਼ਿਸ਼ ਛੱਡਣ ਦੀ ਲੋੜ ਪੈਂਦੀ ਹੈ। ਤੁਸੀਂ ਵਾਸ਼ਨਾਵਾਂ, ਕਾਮਨਾਵਾਂ, ਇੱਛਾਵਾਂ ਕਰਕੇ ਕੋਸ਼ਿਸ਼ ਕਰ ਰਹੇ ਹੋ, ਉਹਨਾਂ ਨੂੰ ਛੱਡਣਾ ਹੈ, ਪਰ ਉਹਨਾਂ ਨੂੰ ਛੱਡਣਾ ਬਹੁਤ ਔਖਾ ਹੈ। ਜਿੰਨੇ ਵੀ ਸਤਿਪੁਰਖ ਹੋਏ ਹਨ ਪ੍ਰਭੂ ਦੇ ਪਿਆਰੇ, ਸਾਰਿਆਂ ਨੇ ਪਹਿਲਾਂ ਹੀ ਇਹ ਗੱਲ ਕਹੀ ਹੈ ਵੀ ਆਹ ਵਾਸ਼ਨਾਵਾਂ, ਕਾਮਨਾਵਾਂ, ਤ੍ਰਿਸ਼ਨਾਵਾਂ ਜਿਹੜੀਆਂ ਹਨ ਨਾ, ਇਹਨਾਂ ਨੂੰ ਛੱਡੋ। ਪੰਜ ਵਿਕਾਰ ਜਿਵੇਂ ਕਿਹਾ ਹੈ ਵੀ ਇਹ ਤੁਹਾਡੇ ਮਨ ਨੂੰ ਚਲਾ ਰਹੇ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਪਰ ਧਾਰਮਿਕ ਲੋਕ ਇਹ ਛੱਡਣ ਵਾਸਤੇ ਥੋੜ੍ਹੀ ਕਹਿੰਦੇ ਹਨ, ਨਾ ਉਹ ਮੋਹ ਤਿਆਗਣ ਵਾਸਤੇ ਕਹਿੰਦੇ ਹਨ, ਨਾ ਧਨ ਦੇ ਪਿੱਛੇ ਦੌੜੋ, ਨਾ ਇਹ ਕਹਿੰਦੇ ਹਨ ਵੀ ਸਫਲਤਾ ਪੂਰੀ ਬਾਹਰ ਵੀ ਹਾਸਿਲ ਕਰੋ, ਅਤੇ ਦੂਸਰੇ ਪਾਸੇ ਧਿਆਨ ਵੀ ਲਾਓ। ਹੁਣ ਧਿਆਨ ਕਿਵੇਂ ਲੱਗ ਜੂਗਾ? ਨਾ ਸ਼ਬਦ ਦੇ ਵਿੱਚ ਧਿਆਨ ਲੱਗੂਗਾ। ਕਹਿੰਦੇ ਗੁਰਬਾਣੀ ਧਿਆਨ ਨਾ ਪੜ੍ਹੋ, ਇੱਕ ਪਾਸੇ ਕਹਿੰਦੇ ਹਨ ਬਾਣੀ ਧਿਆਨ ਨਾ ਪੜ੍ਹੋ, ਦੂਸਰੇ ਪਾਸੇ ਵੀ ਬਾਹਰ ਵੀ ਹਾਸਿਲ ਕਰੋ ਕੁਛ ਨਾ ਕੁਛ। ਇੱਕ ਪਾਸੇ ਈਂਧਨ ਪਾ ਰਹੇ ਹਨ, ਮਨ ਨੂੰ ਚਲਾ ਰਹੇ ਬਾਹਰ ਨੂੰ, ਦੂਸਰੇ ਪਾਸੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਅਤੇ ਦੋਵੇਂ ਕੰਮ ਇਕੱਠੇ ਥੋੜ੍ਹੀ ਹੋਣਗੇ।
ਚਲਾਉਣ ਦੀ ਕੋਸ਼ਿਸ਼ ਜ਼ਿਆਦਾ ਹੁੰਦੀ। ਅਤੇ ਜਿਹੜੇ ਕਾਰਨਾਂ ਕਰਕੇ ਮਨ ਚੱਲ ਰਿਹਾ ਹੈ ਉਹਨਾਂ ਕਾਰਨਾਂ ਨੂੰ ਛੱਡਣਾ ਹੈ। ਅਤੇ ਤੁਸੀਂ ਦੇਖੋ ਵੀ ਕਿਹੜੇ ਕਿਹੜੇ ਕਾਰਨ ਕਰਕੇ ਤੁਹਾਡਾ ਮਨ ਚੱਲ ਰਿਹਾ। ਤੁਸੀਂ ਰੋਕਣ ਦੀ ਕੋਸ਼ਿਸ਼ ਨਾ ਕਰੋ, ਇਹ ਬੇਸਮਝੀ ਤਾਂ ਬਹੁਤ ਕਰ ਰਹੇ ਹਨ। ਤੁਸੀਂ ਦੇਖੋ ਮਨ ਚੱਲ ਕਿਉਂ ਰਿਹਾ ਹੈ, ਕਿਹੜੀ ਵਾਸ਼ਨਾ ਜਿਹੜੀ ਹੈ ਮਨ ਨੂੰ ਚਲਾ ਰਹੀ ਹੈ। ਤੁਸੀਂ ਸੰਸਾਰ ਦੇ ਵਿੱਚ ਜੀਣਾ ਚਾਹੁੰਦੇ ਹੋ, ਕੁਛ ਹਾਸਲ ਕਰਨਾ ਚਾਹੁੰਦੇ ਹੋ। ਜੀਣਾ ਤਾਂ ਚਾਹੁੰਦੇ ਹੀ ਹਰ ਇੱਕ ਕੋਈ, ਫਿਰ ਸੁਖਪੂਰਵਕ ਕੋਈ ਜੀਣਾ ਚਾਹੁੰਦਾ ਹੈ, ਮਜ਼ੇ ਨਾਲ ਜੀਣਾ ਚਾਹੁੰਦਾ, ਆਪਣੀ ਮਰਜ਼ੀ ਨਾਲ ਜੀਣਾ ਚਾਹੁੰਦਾ। ਤਾਂ ਮਰਜ਼ੀ ਨਾਲ ਜੀਣ ਵਾਸਤੇ ਫਿਰ ਮਨ ਤਾਂ ਚੱਲੇਗਾ ਹੀ ਨਾ ਵੀ ਮੈਂ ਆਪਣੀ ਮਰਜ਼ੀ ਨਾਲ ਜੀਣਾ, ਇਸ ਤਰ੍ਹਾਂ ਜੀਣਾ, ਇੱਦਾਂ ਦੀ ਲਾਈਫ ਹੋਵੇ ਮੇਰੀ, ਹੈ ਨਾ। ਕਈ ਸੋਚਦੇ ਮਜ਼ੇ ਦੀ ਲਾਈਫ ਜੀਣੀ, ਉਹ ਮਜ਼ੇ ਦੀ ਲਾਈਫ ਵਾਸਤੇ ਫਿਰ ਮਨ ਚੱਲਦਾ। ਅਤੇ ਜਿਹੜੇ ਕਾਰਨ ਕਰਕੇ ਚੱਲ ਰਿਹਾ ਹੈ ਉਹਨਾਂ ਕਾਰਨਾਂ ਨੂੰ ਛੱਡਣਾ ਹੈ। ਉੱਦਾਂ ਕੋਈ ਨਿਰਵਿਚਾਰ ਥੋੜ੍ਹੀ ਹੋ ਜਾਵੇਗਾ। ਇੱਦਾਂ ਤੁਸੀਂ ਜਨਮਾਂ ਜਨਮਾਂਤਰਾਂ ਤੱਕ ਕੋਸ਼ਿਸ਼ ਕਰਦੇ ਰਹੋ, ਨਿਰਵਿਚਾਰ ਹੋਣ ਦੀ ਕਦੀ ਹੋ ਹੀ ਨਹੀਂ ਸਕਦੀ। ਕਿਉਂਕਿ ਮੂਲ ਜਿਹੜੀ ਜੜ੍ਹ ਹੈ, ਜਿਹੜੀ ਬਿਮਾਰੀ ਹੈ, ਪਹਿਲਾਂ ਉਹ ਛੱਡਣੀ ਪਵੇਗੀ ਬਾਹਰ, ਜਿਹੜੇ ਕਾਰਨ ਕਰਕੇ ਮਨ ਚੱਲ ਰਿਹਾ। ਫਿਰ ਦੂਸਰੀ ਗੱਲ ਇਹ ਹੈ ਵੀ ਅਗਰ ਕੋਈ ਕਾਰਨ ਵੀ ਛੱਡ ਦੇਵੇ ਬਾਹਰ, ਕਈ ਛੱਡ ਦਿੰਦੇ ਹਨ, ਸੰਸਾਰ ਛੱਡ ਕੇ ਆ ਗਿਆ ਕੋਈ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ, ਪਰਿਵਾਰਿਕ ਝਮੇਲੇ ਛੱਡ ਦਿੱਤੇ ਉਹਨੇ, ਰਿਸ਼ਤੇਦਾਰੀਆਂ ਛੱਡ ਦਿੱਤੀਆਂ, ਮਿੱਤਰ ਦੋਸਤ ਉਹਨਾਂ ਦੇ ਵੀ ਬਥੇਰੇ ਹੋਣਗੇ, ਸਾਰੇ ਛੱਡ ਕੇ ਭੋਰੇ 'ਚ ਬੈਠ ਗਏ। ਅਤੇ ਬੈਠ ਕੇ ਵੀ ਇੱਕਦਮ ਮਨ ਸ਼ਾਂਤ ਥੋੜ੍ਹੀ ਹੋ ਗਈ, ਕਿਉਂਕਿ ਉਹ ਜਿਹੜਾ ਚੱਲਿਆ ਹੈ ਪੁਰਾਣਾ, ਜਿਹੜੀ ਸਪੀਡ ਮਨ ਨੇ ਫੜ ਲਈ ਹੈ, ਉਹ ਇੱਕਦਮ ਰੁਕ ਥੋੜ੍ਹੀ ਜਾਂਦਾ ਹੈ। ਉਹਨੂੰ ਰੋਕਣ ਵਾਸਤੇ ਵੀ ਟਾਈਮ ਲੱਗਦਾ, ਬਹੁਤ ਸਮੇਂ ਲੱਗਦਾ। ਇੱਕ ਵਾਰ ਜਿਹੜਾ ਚੱਲ ਪਿਆ ਨਾ, ਉਹਨੂੰ ਰੋਕਣ ਵਾਸਤੇ ਬਹੁਤ ਸਮੇਂ ਲੱਗਦਾ। ਅਤੇ ਜਿਹੜਾ ਚੱਲ ਰਿਹਾ ਹੈ ਲਗਾਤਾਰ ਕੰਟੀਨਿਊ ਹੀ, ਅਤੇ ਪਹਿਲਾਂ ਤਾਂ ਉਹਦੇ ਕਾਰਨ ਬਾਹਰਲੇ ਛੱਡ ਦਿੱਤੇ ਸਾਰੇ, ਵੀ ਜਿਨ੍ਹਾਂ ਕਾਰਨਾਂ ਕਰਕੇ ਬਾਹਰ ਚੱਲ ਰਿਹਾ ਸੀ। ਕੋਈ ਵਾਸ਼ਨਾ ਨਾ ਰਹਿ ਗਈ ਸੰਸਾਰ ਦੀ, ਕੋਈ ਤ੍ਰਿਸ਼ਨਾ ਨਾ ਰਹਿ ਗਈ, ਕੋਈ ਕਾਮਨਾ ਨਾ ਰਹਿ ਗਈ, ਕੋਈ ਇੱਛਾ ਨਾ ਰਹਿ ਗਈ। ਛੱਡਾ ਕੇ ਸਾਰੇ ਆ ਗਏ, ਵਾਪਸ ਆ ਗਏ ਵੀ ਹੁਣ ਸੰਸਾਰ ਵੱਲ ਨੂੰ ਨਹੀਂ ਜਾਣਾ। ਫਿਰ ਵੀ ਮਨ ਚੱਲ ਰਿਹਾ ਹੈ। ਫਿਰ ਵੀ ਨਿਰਵਿਚਾਰ ਨਹੀਂ ਹੋਇਆ। ਪਰ ਫਿਰ ਵੀ ਅਗਰ ਤੁਸੀਂ ਗਹਿਰੇ ਤਲ 'ਤੇ ਖਿਆਲ ਕਰੋਗੇ, ਫਿਰ ਵੀ ਮਨ ਜਿਹੜਾ ਹੈ ਨਾ, ਉਹ ਕੁਛ ਨਾ ਕੁਛ ਚਾਹ ਕਰਕੇ ਚੱਲ ਰਿਹਾ ਹੈ। ਅਚਾਹ ਨਹੀਂ ਹੋਇਆ ਹੈ, ਉਹ ਹਾਲੇ ਵੀ ਕੁਛ ਨਾ ਕੁਛ ਚਾਹੁੰਦਾ ਹੈ। ਆਪਣੀ ਇੱਛਾ ਦੇ ਮੁਤਾਬਕ ਜੀਣਾ ਚਾਹੁੰਦਾ ਹੈ, ਰਹਿਣਾ ਚਾਹੁੰਦਾ ਹੈ, ਖਾਣਾ ਚਾਹੁੰਦਾ ਹੈ, ਪਹਿਨਣਾ ਚਾਹੁੰਦਾ ਹੈ, ਕਰਨਾ ਚਾਹੁੰਦਾ, ਤਾਂ ਹੀ ਚੱਲਦਾ ਹੈ, ਇੱਛਾ ਦੁਆਰਾ ਚੱਲਦਾ। ਅਤੇ ਜਿਹੜੇ ਪੁਰਾਣੇ ਸਮੇਂ 'ਚ ਸਤਿਗੁਰਾਂ ਕੋਲ ਵੀ ਰਹਿੰਦੇ ਸਨ ਸਿੱਖ ਭਗਤ, ਅਤੇ ਉਹਨਾਂ ਨੂੰ ਫਿਰ ਉਹਨਾਂ ਦੀ ਜਿਹੜੀ ਇੱਛਾ ਹੈ ਨਾ, ਜਿਹੜੀ ਮਨ ਨੂੰ ਚਲਾ ਰਹੀ ਹੈ, ਉਹਦੇ ਤੋਂ ਵਿਪਰੀਤ ਕੰਮ ਦੱਸਦੇ ਸੀ, ਤਾਂ ਕਿ ਮਨ ਮਰੇ। ਸੇਵਾ ਇਸੇ ਕਰਕੇ ਕਠਿਨ ਹੈ। ਕਹਿੰਦੇ ਹਨ ਨਾ, ਗੁਰ ਪੀਰਾਂ ਕੀ ਚਾਹ ਕੜੀ, ਮਹਾਂ ਕਰਣੀ ਸੁਖ ਸਾਰ। ਕਰੜੀ ਬਹੁਤ ਹੈ। ਕਰੜੀ ਕਿਉਂ ਹੈ? ਕਰੜੀ ਇਸੇ ਕਰਕੇ ਹੀ ਹੈ ਵੀ ਆਪਣੀ ਚਾਹਤ ਦੇ ਵਿਪਰੀਤ ਕੰਮ ਕਰਨਾ ਹੈ ਆਪਾਂ। ਅਤੇ ਅਗਰ ਚਾਹਤ ਦੇ ਮੁਤਾਬਕ ਹੀ ਚੱਲਦਾ ਰਿਹਾ ਕੋਈ, ਤਾਂ ਵੀ ਮਨ ਸ਼ਾਂਤ ਨਹੀਂ ਹੋਏਗਾ, ਕਿਉਂਕਿ ਉਹਦੀ ਚਾਹਤ ਪੂਰੀ ਹੁੰਦੀ ਰਹੇਗੀ, ਮਨ ਚੱਲਦਾ ਰਹੇ। ਸੰਸਾਰ ਦੇ ਵਿੱਚ ਵੀ ਇਵੇਂ ਹੀ ਚੱਲ ਰਿਹਾ, ਚਾਹਤ ਕਰਕੇ ਚੱਲ ਰਿਹਾ ਹੈ ਨਾ। ਅਤੇ ਪਹਿਲਾਂ ਤਾਂ ਸੰਸਾਰਿਕ ਚਾਹਤਾਂ ਛੱਡਣੀਆਂ ਔਖੀਆਂ, ਫਿਰ ਆਪਣੀਆਂ ਮੂਲ ਰੂਪ ਦੇ ਵਿੱਚ ਜਿਹੜੀਆਂ ਚਾਹਤਾਂ ਹਨ ਮਨ ਦੀਆਂ, ਚੱਲਣ ਦੀ ਇੱਕ ਆਦਤ ਬਣ ਚੁੱਕੀ ਹੈ, ਉਹ ਆਦਤਾਂ ਛੱਡਣੀ। ਅਤੇ ਫਿਰ ਦੇਖੋ ਕਮਾਲ ਦੀ ਗੱਲ ਇਹ ਹੈ ਕਿ ਸੰਸਾਰ ਦੇ ਵਿੱਚ ਅਗਰ ਆਪਾਂ ਕਿਸੇ ਢੰਗ ਨਾਲ ਜੀਣਾ ਚਾਹੀਏ, ਉਹਦੇ ਵਿੱਚ ਕੋਈ ਰੋੜਾ ਬਣੇ, ਕੋਈ ਵਿਘਨ ਕਰੇ, ਵਿਘਨ ਪਾਵੇ, ਅਤੇ ਆਪਾਂ ਨੂੰ ਨਾਰਾਜ਼ਗੀ ਹੁੰਦੀ ਵੀ ਮੈਂ ਇਸ ਢੰਗ ਨਾਲ ਜੀਣਾ ਚਾਹੁੰਦਾ ਸੀ ਅਤੇ ਇਹ ਵਿੱਚ ਰੁਕਾਵਟ ਬਣ ਰਿਹਾ ਜਾਂ ਬਣ ਰਹੀ ਹੈ। ਇਸੇ ਕਰਕੇ ਨਾਰਾਜ਼ਗੀ ਹੁੰਦੀ ਹੈ ਨਾ।
ਪਰ ਜਿਹੜੇ ਗੁਰੂਆਂ ਕੋਲ, ਪੀਰਾਂ ਕੋਲ, ਫਕੀਰਾਂ ਕੋਲ ਰਹਿੰਦੇ ਸਨ ਸਿੱਖ, ਉਹਨਾਂ ਕੋਲ ਜਿਹੜੇ ਰਹਿਣ ਵਾਲੇ ਸਨ, ਉਹਨਾਂ ਦੀ ਚਾਹਤ ਤੋਂ ਵਿਪਰੀਤ ਉਹ ਦੱਸਦੇ ਸਨ ਕਰਨ ਵਾਸਤੇ। ਇਹਦਾ ਮਤਲਬ ਕਿ ਉੱਥੇ ਜ਼ਿਆਦਾ ਸ਼ਰਧਾ ਅਤੇ ਭਾਵਨਾ ਹੋਊਗੀ ਤਾਂ ਕੋਈ ਟਿਕ ਸਕਦਾ, ਕਿਉਂਕਿ ਆਪਣੀ ਚਾਹਤ ਦੇ ਵਿਪਰੀਤ ਆਪਾਂ ਕੁਛ ਵੀ ਨਹੀਂ ਕਰਨਾ ਚਾਹੁੰਦੇ। ਇਸੇ ਕਰਕੇ ਮਨ ਮਰਦਾ ਨਹੀਂ, ਮਨ ਜੀਂਦਾ ਵੀ ਇਸੇ ਕਰਕੇ ਹੀ ਹੈ। ਮਨ ਦੀ ਮਰਜ਼ੀ ਦੇ ਅਨੁਕੂਲ ਹੁੰਦਾ ਰਹੇ ਤਾਂ ਮਨ ਜੀਂਦਾ ਰਹਿੰਦਾ। ਮਨ ਮਰਨਾ ਨਹੀਂ ਚਾਹੁੰਦਾ, ਮਨ ਸੇਫ ਚਾਹੁੰਦਾ ਹੈ, ਸੇਫਟੀ। ਹੁਣ ਕਹਿੰਦੇ ਹਨ ਇਹ ਨਿਰਵਿਚਾਰ ਹੋਣਾ। ਨਿਰਵਿਚਾਰ ਹੋਣ ਦਾ ਅਰਥ ਹੁੰਦਾ ਹੈ ਮਨ ਦੀ ਮੌਤ, ਮਨ ਦਾ ਨਾ ਹੋਣਾ। ਜਿਵੇਂ ਚਲਤੀ ਕਾ ਨਾਮ ਗਾੜੀ, ਜਿਹੜੀ ਚੱਲ ਰਹੀ ਹੈ ਉਹ ਗੱਡੀ, ਖੜੀ ਨੂੰ ਉੱਦਾਂ ਗੱਡੀ ਕਹਿ ਦਿੰਦੇ, ਪਰ ਚੱਲਦੀ ਦਾ ਨਾਮ। ਇੱਦਾਂ ਹੀ ਚੱਲਦੇ ਦਾ ਨਾਮ ਮਨ ਹੈ। ਅਗਰ ਚੱਲ ਹੀ ਨਹੀਂ ਰਿਹਾ ਹੈ ਮਨ, ਤਾਂ ਫਿਰ ਮਨ ਥੋੜ੍ਹੀ, ਫਿਰ ਕੁਛ ਵੀ ਨਹੀਂ। ਅਤੇ ਮਨ ਮਰਨਾ ਨਹੀਂ ਚਾਹੁੰਦਾ, ਮਨ ਚੱਲਣਾ ਚਾਹੁੰਦਾ, ਜੀਂਦਾ ਰਹਿਣਾ ਚਾਹੁੰਦਾ। ਅਤੇ ਜੀਵਨ ਵਾਸਤੇ ਹੀ ਉਹ ਅਗਰ ਨਿਰਵਿਚਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਮਨ, ਤਾਂ ਵੀ ਜੀਣ ਵਾਸਤੇ ਕਰ ਰਿਹਾ ਹੈ, ਮਰਨ ਵਾਸਤੇ ਥੋੜ੍ਹੀ ਕਰ ਰਿਹਾ। ਉਹ ਕਹਿੰਦਾ ਸੰਸਾਰ ਦੇ ਵਿੱਚ ਵੀ ਮੈਂ ਵਧੀਆ ਢੰਗ ਦੇ ਨਾਲ ਜੀਵਾਂ, ਅਤੇ ਅਧਿਆਤਮਕਵਾਦੀਆਂ ਨੂੰ ਜੋ ਪ੍ਰਾਪਤ ਹੋ ਗਿਆ ਉਹ ਵੀ ਮੈਂ ਪ੍ਰਾਪਤ ਕਰ ਲਵਾਂ। ਵੀ ਉਹ ਕਹਿੰਦੇ ਨਿਰਵਿਚਾਰ ਹੋ ਕੇ ਪ੍ਰਾਪਤ ਹੁੰਦਾ, ਚਲੋ ਉਹ ਵੀ ਕਰ ਲਓ। ਪਰ ਇਹ ਵੀ ਆਕਾਂਸ਼ਾ ਮਨ ਦੀ। ਅਤੇ ਮਨ ਜਿਹੜਾ ਹੈ ਨਾ ਆਪਣੀ ਚਾਹਤ ਨਹੀਂ ਛੱਡਦਾ ਹੈ, ਚਾਹਤ ਕਰਕੇ ਹੀ ਉਹ ਧਾਰਮਿਕ ਜਗਤ ਦੇ ਵਿੱਚ ਆ ਜਾਂਦਾ ਹੈ। ਅਤੇ ਸਤਿਪੁਰਖ ਉਹਦੀਆਂ ਚਾਹਤਾਂ ਛਡਾਉਂਦੇ ਹਨ, ਤਾਂ ਹੀ ਮਨ ਮਰਦਾ ਹੈ।